सत श्री अकाल मेरे सारे दोस्तों, की हाल ने जी। उम्मीद करदा बिल्कुल ठीक होवोगे। तो भाई अज तुहाडे वास्ते लैके आया मैं जीके का सैट नंबर 5। ठीक है जी, ये सारिया क्लासां वालियां वास्ते ही है। जिहड़े बच्चों ने FC का पेपर देना है उन्होंने वास्ते भी है, जिन्होंने P SSS क्लर्क का देना उन्होंने वास्ते भी, जिन्होंने P SSS आंगणवाड़ी का पेपर देना उन्होंने वास्ते भी है। सारिਆਂ वास्ते सेम लैक्चर है, क्योंकि जीके का जिहड़ा पैटर्न होंदा सेम ही रहिंदा हुंदा गा। ठीक है जी, बाकी तुहानूं एक वीडियो 'च मैं दसता सी भाई, जिहड़े बच्चे ने थ्योरी क्लीयर करनी है तो थ्योरी के लैक्चर अपने लगे हुए है। देखो वो है स्टैटिक जी के बच्चे सारे बच्चे कहते कि नवे लैक्चर नहीं पाते, नवे लैक्चर नहीं पाते। बच्चों गल सुनो, जी स्टैटिक जी के है वह जी अज तो 25 साल 30 साल पहला सी ते अज भी उही हैगी जी पहला सी। ठीक है, तो वो आप इवें दुबारे दुबारे उही लैक्चर लाई जाइए तो टाइम बर्बाद करी जाइए, वो चीज़ों कोई फायदे वाली गल नहीं हैगी। ਜਿਹੜੇ ਲੈਕਚਰ ਪਹਿਲਾਂ ਲੱਗੇ ਵੇ ਉਹ ਸਟੈਟਿਕ ਜੀਕੇ ਜਿਵੇਂ ਮਾਡਰਨ ਹਿਸਟਰੀ ਹੈ, ਉਹ ਜਿਹੜੀ ਬਣ ਗਈ ਉਹ ਹੁਣ ਬਦਲ ਨਹੀਂ ਸਕਦੀ। ਠੀਕ ਹੈ, ਉਹ ਤੁਸੀਂ ਕਰ ਲਓ। ਮਾਡਰਨ ਹਿਸਟਰੀ ਹੋ ਗਈ ਆਪਣੀ, ਅਤੇ ਦੂਸਰੀ ਆਪਣਾ ਹੋ ਗਿਆ ਪ੍ਰਾਚੀਨ ਹਿਸਟਰੀ, ਉਹ ਕਰ ਲਓ। ਮੱਧਕਾਲੀਨ ਹਿਸਟਰੀ ਉਹ ਕਰ ਲਓ। ਠੀਕ ਹੈ, ਅਤੇ ਪੋਲਿਟੀ ਹੋ ਗਈ। ਇਹ ਚੀਜ਼ਾਂ ਜਿਹੜੀਆਂ ਕਰਵਾਈਆਂ ਹੋਈਆਂ ਸਾਰੀਆਂ ਚੰਗੀ ਤਰ੍ਹਾਂ ਦਿਮਾਗ ਦੇ ਵਿੱਚ ਬਿਠਾ ਲਓ। MCQ ਦੇ ਤੌਰ 'ਤੇ ਇਹ ਲਾ ਲਿਆ ਕਰੋ ਤੁਸੀਂ ਕਲਾਸਾਂ, ਇਹ ਬਹੁਤ ਇੰਪੋਰਟੈਂਟ ਕਲਾਸਾਂ ਜਿਹੜੀਆਂ ਆਪਾਂ ਲਾ ਰਹੇ ਹਾਂ। ਠੀਕ ਹੈ ਜੀ, ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰ ਦਿਓ, ਸ਼ੇਅਰ ਕਰ ਦਿਓ ਆਪਣਾ ਚੈਨਲ, तो सबसक्राइब जरूर कर लिया करो बच्चों। एक गल की गारंटी है कि जोड़ा पेपर मैं करवाता जीके का FCI दे विच, ठीक है, अपने करवाई हुई जीके दे विचों बाहर कोई प्रश्न नहीं आऊगा। ये तुहानूं पता, पहला भी अपना रिकॉर्ड देख चुके हो तुसीं, पुराने पेपरां 'च अपना करवाया हुआ बहुत आएगा। बाकी जे किसी बच्चे नूं ये लगता कि नहीं आया तो कोई चक्कर नहीं बेटे, तुसीं किसी होर चैनल पर जा सकते हो, कोई चक्कर वाली गल नहीं हैगी। ठीक है, जिथे किसी नूं सही लगता उत्थे जाओ। तो बाकी मैं कहना होंदा कि कभी भी मेरे ते यकीन ना करो। ਜਿਹੜਾ ਕੋਈ ਸਟੂਡੈਂਟ ਹੈਗਾ ਗਾ ਕੈਂਡੀਡੇਟ ਕਮੈਂਟ ਕਰਕੇ ਪੁੱਛ ਸਕਦੇ ਹੋ ਤਾਂ ਗੱਲਾਂ ਬਹੁਤ ਹੋ ਗਈਆਂ। ਹੁਣ ਆਪਾਂ ਕਰਦੇ ਹਾਂ ਪਹਿਲਾ ਪ੍ਰਸ਼ਨ ਸ਼ੁਰੂ। ਪਹਿਲੇ ਪ੍ਰਸ਼ਨ ਦੇ ਵਿੱਚ ਕੀ ਆ ਰਿਹਾ ਹੈਗਾ? ਪਹਿਲੇ ਪ੍ਰਸ਼ਨ ਦੇ ਵਿੱਚ ਪੁੱਛ ਰਹੇ ਨੇ, ਕਹਿੰਦੇ ਕੈਲਾਸ਼ ਟੈਂਪਲ ਆ ਜਿਹੜਾ, ਠੀਕ ਹੈ, ਕੈਲਾਸ਼ ਟੈਂਪਲ ਇਹ ਕਿਸ ਸਥਾਨ 'ਤੇ ਸਥਿਤ ਹੈ? ਤਾਂ ਆਪਾਂ ਨੂੰ ਆਪਸ਼ਨ ਨੰਬਰ 4 ਦੇ ਦਿੱਤੀਆਂ, ਇਲੌਰਾ, ਤਾਮਿਲਨਾਡੂ, ਉੱਤਰ ਪ੍ਰਦੇਸ਼, ਯੂਪੀ ਨੂੰ ਉੱਤਰ ਪ੍ਰਦੇਸ਼ ਕਹਿ ਦਿੰਦੇ ਆ, ਗੁਜਰਾਤ। ਗੁਜਰਾਤ ਦੀ ਕੋਸਟਲ ਲਾਈਨ ਹੈ ਜਿਹੜੀ, ਕੋਸਟਲ ਲਾਈਨ ਸਭ ਤੋਂ ਲੰਬੀ ਕਿਹਦੀ ਹੈ? ਗੁਜਰਾਤ ਦੀ। ਇਹ ਵੀ ਗੱਲ ਦੀ ਯਾਦ ਰੱਖਣੀ ਹੈ, ਜਿਹੜੀ ਸਾਰੇ ਦੇਸ਼ਾਂ ਨਾਲ ਸਭ ਤੋਂ ਵੱਧ ਜਿਹੜੀ ਬਾਉਂਡਰੀ ਬਣਾਉਂਦੀ ਹੈ ਕੋਸਟਲ ਲਾਈਨ, ਉਹ ਸਭ ਤੋਂ ਵੱਡੀ ਕਿਹਦੀ? ਗੁਜਰਾਤ ਦੀ ਹੈ। ਇਹ ਗੱਲ ਯਾਦ ਰੱਖਣੀ, ਐਕਸਟਰਾ ਪੁਆਇੰਟ ਹੈ। ਤਾਂ ਜਿਹੜਾ ਕੈਲਾਸ਼ ਟੈਂਪਲ ਹੈ ਕਿਸ ਸਥਾਨ 'ਤੇ ਭਾਈ? ਇਹ ਹੈਗਾ ਆਪਣੇ ਇਲੌਰਾ। A ਨੰਬਰ ਆਪਸ਼ਨ, ਜਿਹੜੇ ਬੱਚੇ ਦਾ ਆਨਸਰ A ਨੰਬਰ ਆਪਸ਼ਨ ਆ ਉਹਨਾਂ ਦਾ ਆਨਸਰ ਬਿਲਕੁਲ ਸਹੀ ਹੈ। ਜਿਹੜਾ ਕੈਲਾਸ਼ ਟੈਂਪਲ ਹੈਗਾ ਇਹ ਇਲੌਰਾ ਦੇ ਵਿੱਚ ਸਥਿਤ ਹੈ। ਚਲੋ ਚੱਲਦੇ ਅੱਗੇ। ਭਾਰਤ ਅਤੇ ਪਾਕਿਸਤਾਨ ਦੇ ਵਿੱਚ ਸ਼ਿਮਲਾ ਸਮਝੌਤਾ ਹੋਇਆ ਸੀ, ਜਿਹਨੂੰ ਕਿ ਆਪਾਂ ਸ਼ਿਮਲਾ ਪੈਕਟ ਵੀ ਕਹਿ ਦਿੰਦੇ ਹਾਂ। ਠੀਕ ਹੈ, ਇਹ ਪਹਿਲੀ ਗੱਲ ਤਾਂ ਪਹਿਲਾ ਪ੍ਰਸ਼ਨ ਤਾਂ ਇੱਥੋਂ ਹੀ ਬਣ ਜਾਂਦਾ ਕਿ ਸ਼ਿਮਲਾ ਪੈਕਟ ਕਿਹੜੇ ਦੋ ਦੇਸ਼ਾਂ ਵਿਚਾਲੇ ਹੋਇਆ ਸੀ? ਇਹ ਹੋਇਆ ਸੀ ਆਪਣਾ ਭਾਰਤ ਅਤੇ ਪਾਕਿਸਤਾਨ। ਠੀਕ ਹੈ, ਦੂਸਰਾ ਇਹ ਵਾਰ ਪ੍ਰਸ਼ਨ ਇਹ ਬਣਦਾ ਕਿ ਹੋਇਆ ਕਦੋਂ ਸੀ? ਤਾਂ 1965 ਦੇ ਵਿੱਚ ਆਪਣੀ ਜੰਗ ਲੱਗੀ ਸੀ। ਇਹ 71 ਦੇ ਵਿੱਚ ਲੱਗੀ ਸੀ। 62 ਦੇ ਵਿੱਚ ਚਾਈਨਾ ਨਾਲ ਜੰਗ ਹੋਈ ਸੀ ਆਪਣੀ, 65 ਤੇ 71 ਦੇ ਵਿੱਚ ਪਾਕਿਸਤਾਨ ਨਾਲ ਜੰਗ ਹੋਈ ਸੀ। 70 72 ਕਿ 83? ਠੀਕ ਹੈ, ਇਹਨਾਂ ਦੇ ਵਿੱਚੋਂ ਕਿਹੜਾ ਆਨਸਰ ਹੈ? ਕਦੋਂ ਹੋਇਆ ਸੀ ਸਮਝੌਤਾ? ਇਹ ਹੋਇਆ ਸੀ C ਨੰਬਰ ਆਪਸ਼ਨ। ਇਹ ਆਪਣੀ 71 ਦੀ ਜੰਗ ਲੱਗੀ ਸੀ, ਉਹਦੇ ਵਾਸਤੇ 72 ਦੇ ਵਿੱਚ ਸਮਝੌਤਾ ਕੀਤਾ ਸੀ ਆਪਾਂ। ਠੀਕ ਹੈ, ਇਹ ਗੱਲ ਯਾਦ ਰੱਖਣੀ ਹੈ। ਤਾਂ C ਨੰਬਰ ਆਪਸ਼ਨ ਹੈ ਬਿਲਕੁਲ ਸਹੀ ਆਨਸਰ ਹੈ। ਇਹ ਜਿਹੇ ਪ੍ਰਸ਼ਨ ਤੁਹਾਨੂੰ ਪੇਪਰ ਦੇ ਵਿੱਚ ਮਿਲਣਗੇ। ਠੀਕ ਹੈ ਜੀ, ਹਵਾ ਮਹਿਲ ਦੇ ਵਿੱਚ ਕਿੰਨੀਆਂ ਖਿੜਕੀਆਂ ਹਨ? ਹਵਾ ਮਹਿਲ ਦੇ ਵਿੱਚ ਕਿੰਨੀਆਂ ਖਿੜਕੀਆਂ ਹਨ? ਤਾਂ ਹਵਾ ਮਹਿਲ ਦੇ ਵਿੱਚ ਭਾਈ ਜਿਹੜੀਆਂ ਖਿੜਕੀਆਂ 302 902 353 953 900। ਕਿੰਨੀਆਂ ਖਿੜਕੀਆਂ ਹਵਾ ਮਹਿਲ ਦੇ ਵਿੱਚ? ਤਾਂ ਹਵਾ ਮਹਿਲ ਦੇ ਵਿੱਚ ਭਾਈ ਹੈਗੀਆਂ 953 ਖਿੜਕੀਆਂ ਹੈਗੀਆਂ। ਠੀਕ ਹੈ, ਤਾਂ ਜਿਹੜੇ ਕੈਂਡੀਡੇਟ ਨੇ ਆਨਸਰ C ਨੰਬਰ ਆਪਸ਼ਨ ਲਾਇਆ ਉਹਨਾਂ ਦਾ ਆਨਸਰ ਬਿਲਕੁਲ ਸਹੀ ਹੈਗਾ। ਠੀਕ ਹੈ, ਕਿਉਂਕਿ ਦੇਖੋ ਜੀ ਸਟੈਟਿਕ ਜੀਕੇ ਦੇ ਦੇਖੋ ਜੀ SSS ਬੋਰਡ ਦਾ ਪੇਪਰ ਪਾਉਂਦਾ, SSS ਬੋਰਡ ਪੇਪਰ ਪਾਉਂਦਾ ਗਾ 30 ਨੰਬਰਾਂ ਦੀ। ਤਾਂ ਦੇਖੋ ਤੁਸੀਂ ਆਪਾਂ ਸਾਰੀ ਡਿਸਕਸ ਕਰਦਾ ਤੁਹਾਡੇ। ਦੇਖੋ ਇੱਧਰ ਮੈਂ ਜਿਹੜਾ FCI ਹੈ, FCI ਦੇ ਵਿੱਚ 30 ਨੰਬਰ ਦੀ ਜੀਕੇ ਆਉਣੀ ਹੈ। ਅਤੇ ਜਿਹੜਾ ਹੈਗਾ ਆਪਣਾ P SSS ਵੀ ਕਲਰਕ, ਜੇ ਆਪਾਂ ਪਿਛਲਾ ਪੈਟਰਨ ਦੇਖਦੇ ਪਿਛਲੇ ਪੈਟਰਨ ਵਿੱਚ 45 ਨੰਬਰ ਦੀ ਜੀਕੇ ਆਈ ਸੀ। ਠੀਕ ਹੈ, ਕਹਿੰਦਾ ਮਤਲਬ ਕਿ ਆਪਾਂ ਸਟੈਟਿਕ ਜੀ ਤਾਂ ਕੁਛ ਵੀ ਮਿਸ ਨਹੀਂ ਕਰਨੀ। ਹੁਣ 45 ਨੰਬਰ ਦੀ ਜੀਕੇ ਜੀ ਹੈ ਕਿ 10 ਨੰਬਰ ਚੱਲ ਇਹ ਪੰਜਾਬ ਜੀਕੇ ਦੀ ਪਾ ਦੇਣਗੇ, 10 ਨੰਬਰ ਪੰਜਾਬ ਜੀਕੇ ਪਾ ਦੇਣਗੇ, ਅਤੇ 10 ਕੁ ਨੰਬਰਾਂ ਦੇ ਕਰੰਟ ਅਫੇਅਰ ਲਾ ਲਓ। ਠੀਕ ਹੈ, 20 ਅਤੇ ਮਗਰ ਫਿਰ ਵੀ ਤੁਸੀਂ ਦੇਖ ਲਓ ਕਿੰਨਾ 25 ਨੰਬਰ ਵੱਜ ਗਏ। ਤਾਂ 25 ਨੰਬਰ ਦੇ ਵਿੱਚ ਅਤੇ ਪੋਲਿਟੀ ਦੇ ਹੋ ਗਏ 3-4 ਪ੍ਰਸ਼ਨ, ਜਿਹੜੇ ਟੌਪਿਕ ਮੇਨ ਉਹਨਾਂ ਦੇ ਵਿੱਚ ਉਹਨਾਂ ਨੇ ਪਾਉਣਾ ਹੁੰਦਾ ਹੈਗਾ। ਠੀਕ ਹੈ, ਤਾਂ ਇਹ ਸਾਰੇ ਪ੍ਰਸ਼ਨ ਕੋਈ ਨਹੀਂ ਛੱਡਣਾ। ਜਿੰਨੇ ਮੇਰੇ ਲੈਕਚਰ ਲੱਗੇ ਹੋਏ ਆ ਐਗਰੀਕਲਚਰ ਨੂੰ ਛੱਡ ਕੇ
ਤੇ ਬਾਰਡ ਅਟੈਂਡੈਂਟ ਵਾਲੀਆਂ ਵੀਡੀਓ ਨੂੰ ਛੱਡ ਕੇ ਸਾਰੇ ਲੈਕਚਰ ਲਾ ਲਓ ਭਾਈ ਮੇਰੇ ਜਿੰਨੇ ਵੀ ਪਏ ਆ YouTube ਤੇ। ਹਿੰਦੂ ਮਹਾਸਭਾ ਦੀ ਸਥਾਪਨਾ ਕਿਸ ਨੇ ਕੀਤੀ ਸੀ? ਠੀਕ ਹੈ ਜੀ, ਹਿੰਦੂ ਮਹਾਸਭਾ ਦੀ ਸਥਾਪਨਾ ਕਿਸ ਨੇ ਕੀਤੀ ਸੀ, ਇਹਦੇ ਬਾਰੇ ਗੱਲ ਕਰ ਰਹੇ ਆਪਾਂ। ਇਹ 4 ਬੰਦੇ ਨੇ ਕਰੀ ਸੀ, 3 ਬੰਦੇ ਨੇ ਕਰੀ ਸੀ। ਇਹ ਕਿਹੜੇ ਕਿਹੜੇ ਸੀ? ਮਦਨ ਮੋਹਨ ਮਾਲਵੀਆ, BD ਸਾਵਰਕਰ, ਨੰਬਰ 4 ਤੇ ਲਾਲਾ ਲਾਜਪਤ ਰਾਏ। ਇਹ 4 ਬੰਦਿਆਂ ਨੇ ਕਰੀ ਸੀ, ਠੀਕ ਹੈ। ਕਾਹਦੀ? ਹਿੰਦੂ ਮਹਾਸਭਾ ਦੀ ਸਥਾਪਨਾ। ਪਰ ਕੀ ਕਰਦੇ ਜਿਹੜਾ ਨਾ ਮੁਖੀ ਪੁੱਛ ਲੈਂਦੇ ਕਿ ਮੇਨ ਕਿਹੜਾ ਸੀ? ਮੇਨ ਤਾਂ ਇਹਨਾਂ ਦੇ ਵਿੱਚੋਂ ਮਦਨ ਮੋਹਨ ਮਾਲਵੀਆ ਹੀ ਹੋਣਗੇ, ਮੇਨ ਤਾਂ ਇਹੀ ਮੰਨੇ ਜਾਣਗੇ। ਕਈ ਵਾਰੀ ਪਿਛਲੀ ਵਾਰ ਇੱਕ ਪੇਪਰ ਲਿੱਤਾ ਸੀ ਇਹਨਾਂ ਨੇ ਉਹਨਾਂ ਨੇ SSC ਦੇ ਪੇਪਰ ਲਿੱਤਾ ਸੀ, ਕਿਉਂਕਿ SSC ਦੇ ਪ੍ਰਸ਼ਨ ਵੀ ਵਿੱਚ ਬਹੁਤ ਆ ਜਾਂਦੇ ਇਹਦੇ। ਤਾਂ ਜਿਹੜਾ SSC ਨੇ ਪੇਪਰ ਲਿੱਤਾ ਸੀ ਉਹਦੇ ਵਿੱਚ ਇਹਨਾਂ ਨੇ ਮਦਨ ਮੋਹਨ ਮਾਲਵੀਆ ਨਹੀਂ ਪਾਇਆ ਸੀ, ਉਹਦੇ ਵਿੱਚ ਇਹਨਾਂ ਨੇ BD ਸਾਵਰਕਰ ਪਾਤਾ ਸੀ। ਤਾਂ ਉੱਥੇ ਚੀਜ਼ਾਂ ਦਾ ਤਾਂ ਕਰਕੇ ਤੁਹਾਨੂੰ ਚੀਜ਼ਾਂ ਨਾਲ ਐਕਸਟਰਾ ਪੁਆਇੰਟ ਤਾਂ ਲਿਖਾਉਣਾ ਹੁੰਦਾ ਕਿ ਇਹ ਚੀਜ਼ਾਂ ਤੁਸੀਂ ਪੇਪਰ ਦੇ ਵਿੱਚ ਮਿਸ ਨਾ ਕਰਿਓ ਕਿਤੇ ਜਾ ਕੇ, ਠੀਕ ਹੈ ਜੀ। ਜੰਗ ਇੰਡੀਆ ਕਿਸ ਨੇ ਲਿਖੀ ਸੀ? ਜੰਗ ਇੰਡੀਆ ਨਵਜੀਵਨ ਦੇ ਹੀ ਪਾਰਟ ਹੈ ਇਹ, ਨਵਜੀਵਨ ਦਾ। ਮਹਾਤਮਾ ਗਾਂਧੀ, ਰਵਿੰਦਰਨਾਥ ਟੈਗੋਰ, ਲਾਲਾ ਲਾਜਪਤ ਰਾਏ ਕਿ ਭਗਤ ਸਿੰਘ? ਜੰਗ ਇੰਡੀਆ ਇਹਨਾਂ ਦੇ ਵਿੱਚ ਜਿਹਨਾਂ ਲਿਖੀ ਸੀ ਉਹਨਾਂ ਦਾ ਨਾਮ ਹੈਗਾ ਆਪਣਾ ਮਹਾਤਮਾ ਗਾਂਧੀ ਜੀ। ਇਹਨਾਂ ਦੇ ਦੁਆਰਾ ਲਿਖੀ ਗਈ ਸੀ ਆਪਣੀ ਜੰਗ ਇੰਡੀਆ। ਆਹ ਆਪਰੇਸ਼ਨ ਭਾਈ ਤੁਹਾਨੂੰ ਦੱਸੀ ਜਾਂਦਾ ਕਿ ਇਹ ਆਪਰੇਸ਼ਨ ਦੇ ਵਿੱਚੋਂ ਹੀ ਆਉਣਗੇ। ਆਹ ਆਪਰੇਸ਼ਨ ਪਟਵਾਰੀ ਦੇ ਪੇਪਰ 'ਚ ਆਇਆ ਵਾ, ਪਟਵਾਰੀ ਦੇ ਆਪਰੇਸ਼ਨ ਦੇ ਵਿੱਚ ਇਹ ਪੇਪਰ ਆਇਆ ਸੀ। ਪਟਵਾਰੀ ਦੇ ਪੇਪਰ ਵਿੱਚ ਕਿਸ ਲੜਾਈ ਤੋਂ ਬਾਅਦ ਅੰਗਰੇਜ਼ੀ ਸਾਮਰਾਜ ਦੀ ਨੀਂਹ ਰੱਖੀ ਗਈ? ਪਰ ਆਪਣੇ ਅਨਪੜ੍ਹ ਟੋਲਾ ਇਕੱਠਾ ਹੋਇਆ ਵਾ ਜਿਹੜਾ ਪੇਪਰ ਲੈਂਦਾ ਗਾ, ਠੀਕ ਹੈ। ਉਹਨਾਂ ਨੇ ਇਹਦਾ ਆਨਸਰ ਲਾਇਆ ਸੀ ਬਕਸਰ ਦੀ ਲੜਾਈ। ਉਹਨਾਂ ਨੇ ਇਹਦਾ ਆਨਸਰ ਲਾਇਆ ਸੀ ਬਕਸਰ ਦੀ ਲੜਾਈ, ਕਿਉਂਕਿ ਬਕਸਰ ਦੀ ਲੜਾਈ ਤਾਂ ਹੋਈ ਸੀ 1664 ਦੇ ਵਿੱਚ ਜੀ, 1764 ਦੇ ਵਿੱਚ, 1764 ਦੇ ਵਿੱਚ ਹੋਈ ਸੀ। ਅਤੇ ਜਿਹੜੀ ਪਲਾਸੀ ਲੜਾਈ ਸੀ ਇਹ ਹੋਈ ਸੀ 1757 ਦੇ ਵਿੱਚ। ਜਿਹੜੀ ਇਹ ਹੋਈ ਸੀ 1767 ਅਤੇ 1767 ਤੋਂ 69 ਦੇ ਵਿੱਚ, ਬੈਟਲ ਆਫ ਮਸੂਰ, ਠੀਕ ਹੈ। ਤਾਂ ਜਿਹੜੇ ਇਹ ਸੀ ਆਪਣੇ ਬਹੁਤ ਪੜ੍ਹੇ ਲਿਖੇ ਟੋਲਾ ਜਿਹੜਾ PSSS ਵੀਰ ਆ, ਉਹਨਾਂ ਨੇ ਇਹਦਾ ਨੰਬਰ ਲਾਇਆ ਸੀ, ਕਹਿੰਦੇ ਭਾਈ ਬਕਸਰ ਦੀ ਲੜਾਈ ਬਿਲਕੁਲ ਸਹੀ ਹੈ। ਕਿ ਭਲਿਓ ਮਾਨਸੋ, ਤੁਹਾਨੂੰ ਇਹ ਨਹੀਂ ਪਤਾ ਲੱਗਦਾ ਕਿ 1857 ਪਹਿਲਾਂ ਆਉਂਦਾ ਕਿ 1764 ਪਹਿਲਾਂ ਆਉਂਦਾ ਗਾ, ਇਹਨਾਂ ਨੂੰ ਇਹੀ ਨਹੀਂ ਪਤਾ ਹੈਗਾ ਹਜੇ ਤੱਕ। ਜਦੋਂ 1757 ਦੀ ਬੈਟਲ ਆਫ ਪਲਾਸੀ ਹੋਈ ਸੀ ਉਸ ਤੋਂ ਬਾਅਦ ਕੀ ਹੋਇਆ ਸੀ, ਅੰਗਰੇਜ਼ੀ ਸਾਮਰਾਜ ਮਜ਼ਬੂਤ ਹੋ ਗਿਆ ਸੀ, ਆਪਦੇ ਪੈਰ ਜਮਾਲੇ ਸੀ ਅੰਗਰੇਜ਼ੀ ਸਾਮਰਾਜ ਨੇ। ਤਾਂ ਇਹਦਾ ਆਨਸਰ ਤੁਸੀਂ PSSS ਬੋਰਡ ਵਾਲੇ ਮਗਰ ਲਾ ਕੇ ਬੈਟਲ ਆਫ ਬਕਸਰ ਨਾਲ ਲਾਇਓ, ਇਹਦਾ ਆਨਸਰ ਬੈਟਲ ਆਫ ਪਲਾਸੀ ਹੀ ਲਾ ਕੇ ਆਉਣਾ। ਜੇ ਕੁਦਰਤੀ ਬੈਟਲ ਆਫ ਪਲਾਸੀ ਆਪਸ਼ਨ ਦੇ ਵਿੱਚ ਨਹੀਂ ਹੈਗਾ ਫਿਰ ਆਪਾਂ ਬੈਟਲ ਆਫ ਬਕਸਰ ਲਾ ਸਕਦੇ ਹਾਂ, ਠੀਕ ਹੈ। ਫਸਟ ਮੁਸਲਿਮ ਪ੍ਰਾਈਮ ਮਿਨਿਸਟਰ ਆਫ ਐਨੀ ਮੁਸਲਿਮ ਕੰਟਰੀ, ਕਹਿੰਦੇ ਉਹ ਪਹਿਲੀ ਪ੍ਰਾਈਮ ਮਿਨਿਸਟਰ ਕੌਣ ਹੈ ਜਾਂ ਕਿਹੜਾ ਹੈ, ਕਿਹੜੀ ਹੈ? ਫਸਟ ਫੂਮਲ ਪ੍ਰਾਈਮ ਮਿਨਿਸਟਰ ਐਨੀ ਮੁਸਲਿਮ ਕੰਟਰੀ, ਫੀਮੇਲ ਰਹੇਗਾ ਲਿਖਣ ਵਾਲਾ ਵਿੱਚ। ਇਹ ਕਹਿੰਦੇ ਫਸਟ ਫੀਮੇਲ ਮੁਸਲਿਮ ਪ੍ਰਾਈਮ ਮਿਨਿਸਟਰ ਆਫ ਐਨੀ ਮੁਸਲਿਮ ਕੰਟਰੀ, ਕਹਿੰਦੇ ਉਹ ਕਿਹੜੀ ਕੰਟਰੀ ਹੈ ਮੁਸਲਿਮਾਂ ਦੀ ਜਿੱਥੇ ਪਹਿਲੀ ਵਾਰ ਇੱਕ ਔਰਤ ਪ੍ਰਧਾਨ ਮੰਤਰੀ ਬਣੀ ਸੀ, ਠੀਕ ਹੈ ਜੀ। ਕਿਹੜੀ ਸੀ? ਬੈਨਜ਼ੀਰ ਭੁੱਟੋ, ਸ਼ੇਖ ਹਸੀਨਾ, ਰਿਆਸਤ ਬੇਗਮ ਕਿ ਨਨ ਆਫ ਦੀਜ਼? ਤਾਂ ਇਹ ਤੁਸੀਂ ਸੁਣੀ ਹੋਊਗੀ, ਇਹ ਬੈਨਜ਼ੀਰ ਭੁੱਟੋ ਸੀ। ਮੈਂ ਉਦੋਂ ਛੋਟਾ ਜਿਹਾ ਹੁੰਦਾ ਸੀ ਜਦੋਂ ਟੀਵੀਆਂ ਦੇ ਵਿੱਚ ਇਹਦੀ ਖਬਰ ਆਈ ਸੀ, ਇਹਨੂੰ ਮਾਰਤਾ ਸੀ ਉਦੋਂ, ਬੰਬ ਬਲਾਸਟ ਕਰਕੇ ਅਤੇ ਗੋਲੀਆਂ ਵੀ ਮਾਰਤੀਆਂ ਸੀ ਬੈਨਜ਼ੀਰ ਭੁੱਟੋ ਦੇ। ਪਾਕਿਸਤਾਨ ਦੇ ਵਿੱਚ ਬਹੁਤ ਰੌਲਾ ਪਿਆ ਸੀ ਉਦੋਂ। ਉਹ ਇਹ ਗੱਲ ਹੈਗੀ 1996 ਤੋਂ ਬਾਅਦ 98 ਤੋਂ ਬਾਅਦ ਦੀ ਗੱਲ ਹੈ ਇਹ, ਬੜਾ ਟਾਈਮ ਨਹੀਂ ਹੋਇਆ ਗੱਲ ਨੂੰ। ਤਾਂ ਇਹਨੂੰ ਮਾਰਤਾ ਸੀ, ਤਾਂ ਇਹ ਹੈਗੀ ਬੈਨਜ਼ੀਰ ਭੁੱਟੋ। ਮਾਰਸ਼ਲ ਲਾ ਦੀ ਸ਼ਕਤੀ ਕਿਸੇ ਕੋਲ ਹੁੰਦੀ ਹੈ? ਹੁਣ ਆਖਣਗੇ ਮਾਰਸ਼ਲ ਲਾਅ ਤਾਂ ਅਸੀਂ ਪੜ੍ਹ ਕੇ ਨਹੀਂ ਗਏ। ਜਿਹੜਾ ਆਪਣਾ ਭਾਈ ਐਮਰਜੈਂਸੀ ਹੁੰਦੀ, ਜਿਹੜੀ ਆਪਣੀ ਐਮਰਜੈਂਸੀ ਲੱਗਦੀ, ਕਿ ਆਪਾਂ ਰਾਸ਼ਟਰਪਤੀ ਰਾਜ ਕਹਿ ਦਿੰਦੇ ਹਾਂ, ਇਸ ਦੇ ਹੀ ਸੈਕਿੰਡ ਨਾਂ ਗਾ ਮਾਰਸ਼ਲ ਲਾਅ। ਹੁਣ ਤਾਂ ਪਤਾ ਲੱਗ ਗਿਆ ਕਿਹੜੇ ਕਿਹੜੇ ਮਾਰਸ਼ਲ ਲਾਅ ਹੁੰਦੇ ਆਪਣੇ, 352, 356, 360, ਠੀਕ ਹੈ। ਇੱਕ ਕਮੈਂਟਾਂ 'ਚ ਕਰੀ ਜਾਂਦਾ ਸੀ 370 ਵੀ ਹੁੰਦੇ ਆ ਜੀ। ਉਹ 370 ਬਹੁਤ ਧਾਰਾ ਜੰਮੂ ਕਸ਼ਮੀਰ 'ਤੇ ਸੀ, ਉਹ ਇਹਦੇ ਵਿੱਚ ਨਹੀਂ ਹੈਗਾ, ਠੀਕ ਆ। ਤੁਸੀਂ ਦੱਸਿਓ ਸਟੇਟ ਵਾਸਤੇ ਕਿਹੜਾ ਗਾ ਅਤੇ ਸੈਂਟਰ ਵਾਸਤੇ ਕਿਹੜਾ ਗਾ ਅਤੇ ਫਾਈਨੈਂਸ਼ੀਅਲ ਵਾਸਤੇ ਕਿਹੜਾ, ਇਹ ਤੁਸੀਂ ਦੱਸਣਾ ਕਮੈਂਟ ਦੇ ਵਿੱਚ। ਤਾਂ ਜਿਹੜਾ ਮਾਰਸ਼ਲ ਲਾ ਗਈ ਇਹਦੀ ਸ਼ਕਤੀ ਕਿਹਦੇ ਕੋਲ ਹੁੰਦੀ ਹੈ? ਪ੍ਰਾਈਮ ਮਿਨਿਸਟਰ, ਪ੍ਰੈਜ਼ੀਡੈਂਟ, ਅਟਾਰਨੀ ਜਨਰਲ ਆਫ ਇੰਡੀਆ ਕਿ CGI? ਦੇਖੋ ਬੱਚੇ ਦਾ ਤੁਹਾਨੂੰ ਕਿੰਨੇ ਵਾਰ ਦੱਸ ਕੇ ਗਿਆ ਕਿ ਭਾਈ ਕੋਈ ਵੀ ਕੁਛ ਕਰਨਾ ਇਹ ਜਾਂ ਕੁਛ, ਉਹਦੇ ਵਿੱਚ ਸਾਰੀ ਜ਼ਿੰਮੇਵਾਰੀ ਕਿਹਦੀ ਹੁੰਦੀ ਹੈ? ਪ੍ਰੈਜ਼ੀਡੈਂਟ ਦੀ ਜ਼ਿੰਮੇਵਾਰੀ ਹੁੰਦੀ ਹੈ। ਜਿਹੜਾ ਅਟਾਰਨੀ ਜਨਰਲ ਆਫ ਇੰਡੀਆ ਹੁੰਦੀ ਹੈ ਕਿਹੜੇ ਆਰਟੀਕਲ ਦੇ ਵਿੱਚ ਆਉਂਦਾ ਗਾ? ਇਹ ਹੁੰਦਾ 76 ਦੇ ਵਿੱਚ। ਕੀ ਹੁੰਦਾ ਇਹ?
ਫਸਟ ਲਾ ਆਫਿਸਰ, ਬਹੁਤ ਤਕੜਾ ਉਹਦਾ ਦਾ, ਬਹੁਤ 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 ਜ਼ਿਆਦਾ ਤਕੜਾ ਉਹਦਾ। ਦੋਨੇ ਸਦਨਾਂ ਦੇ ਵਿੱਚ ਵੀ ਬੈਠ ਸਕਦਾ, ਜਾ ਕੇ ਲੋਕ ਸਭਾ ਦੇ ਵਿੱਚ ਵੀ ਬੈਠ ਸਕਦਾ, ਰਾਜ ਸਭਾ ਦੇ ਵਿੱਚ ਵੀ ਬੈਠ ਸਕਦਾ, ਕਿਸੇ ਹਾਈ ਕੋਰਟ 'ਚ ਜਾ ਕੇ, ਸੁਪਰੀਮ ਕੋਰਟ 'ਚ ਜਾ ਕੇ ਬੈਠ ਸਕਦਾ, ਹਾਈ ਕੋਰਟ 'ਚ ਜਾ ਕੇ ਬੈਠ ਸਕਦਾ। ਕੋਈ ਬੰਦੇ ਨੂੰ ਆਈ ਨਹੀਂ ਕਹਿ ਸਕਦਾ ਕਿ ਹਾਂ ਬਈ ਇੱਥੇ ਕਿਵੇਂ, ਇੰਨੀ ਜ਼ਿਆਦਾ ਪਾਵਰ ਹੈ ਬੰਦੇ ਦੀ, ਠੀਕ ਹੈ। ਪਰ ਇਹ ਵੋਟ ਨਹੀਂ ਪਾ ਸਕਦਾ, ਇਹ ਗੱਲ ਯਾਦ ਰੱਖਣੀ। ਪ੍ਰਸ਼ਨ ਆ ਜਾਂਦਾ ਕਿ ਇਹ ਵੋਟ ਪਾ ਸਕਦਾ, ਵੋਟ ਨਹੀਂ ਪਾ ਸਕਦਾ, ਇਹ ਅਟੈਂਡ ਕਰ ਸਕਦਾ ਸਾਰੇ ਸਦਨ। ਨਰਮਦਾ ਰਿਵਰ ਇਜ਼ ਦਾ ਲਾਈਫ ਲਾਈਨ ਆਫ ਵਿਚ ਸਟੇਟ। ਲਾਈਫ ਲਾਈਨ ਕੀ ਹੁੰਦੀ ਹੈ? ਅੱਜ ਦੇ ਟਾਈਮ 'ਚ ਆਪਾਂ ਕਹਿੰਦੇ ਨਹੀਂ ਹੁੰਦੇ ਕਿਸੇ ਨਾਲ ਪਿਆਰ ਪੈ ਜੇ, ਤੂੰ ਮੇਰੀ ਲਾਈਫ ਲਾਈਨ ਹੈ, ਜਾਂ ਕੁੜੀ ਮੁੰਡੇ ਨੂੰ ਕਹਿੰਦੇ ਤੂੰ ਮੇਰੀ ਲਾਈਫ ਲਾਈਨ ਹੈ। ਇਹ ਚੱਲਦਾ ਹੁੰਦਾ ਨਾ ਸਿਸਟਮ, ਹੁਣ ਚੱਲਦਾ ਹੀ ਅੱਜ ਕੱਲ੍ਹ, ਪਤਾ ਹੀ ਹੈ। ਤਾਂ ਉਸ ਦੇ ਹਿਸਾਬ 'ਤੇ ਭਾਈ ਜਿਹੜਾ ਨਰਮਦਾ ਰਿਵਰ ਹੈ, ਕਹਿੰਦੇ ਨਰਮਦਾ ਰਿਵਰ ਕਿਹੜੀ ਸਟੇਟ ਦੀ ਲਾਈਫ ਲਾਈਨ ਹੈ, ਕਿਹੜੀ ਸਟੇਟ ਦੀ ਜ਼ਿੰਦਗੀ ਹੈ ਇਹ? ਤਾਂ ਪੰਜਾਬ, ਮੱਧ ਪ੍ਰਦੇਸ਼, ਗੁਜਰਾਤ ਕਿ ਰਾਜਸਥਾਨ। ਪੰਜਾਬ ਤਾਂ ਐਲੀਮੀਨੇਟ ਹੀ ਕਰ ਦਿਓ, ਰਾਜਸਥਾਨ ਵੀ ਐਲੀਮੀਨੇਟ ਕਰ ਦਿਓ। ਹੁਣ ਰੌਲਾ ਰਹਿ ਗਿਆ ਨਾ ਦੋਨਾਂ ਦੇ ਵਿੱਚ। ਹੁਣ ਜਿਹੜੇ ਬੱਚਿਆਂ ਦਾ ਨਕਸ਼ਾ ਦੇਖਿਆ ਹੋਊਗਾ ਉਹ ਤਾਂ ਕਹਿਣਗੇ ਜੀ ਮੱਧ ਪ੍ਰਦੇਸ਼ ਦੇ ਵਿੱਚੋਂ ਵੀ ਲੰਘਦੀ ਹੈ ਇਹ, ਅਤੇ ਗੁਜਰਾਤ ਦੇ ਵਿੱਚੋਂ ਵੀ ਲੰਘਦੀ ਹੈ। ਤਾਂ ਹੁਣ ਅਸੀਂ ਕੀ ਕਰੀਏ? ਤਾਂ ਬੱਚੋ ਇੱਕ ਇੱਥੇ ਬਸ ਥੋੜ੍ਹਾ ਜਿਹਾ ਆਪਣਾ ਮਾਈਂਡ ਕੰਮ ਕਰਨਾ ਗਾ। ਮਾਈਂਡ ਕਿਵੇਂ ਕੰਮ ਕਰਨਾ ਕਿ ਗੁਜਰਾਤ ਦਾ ਹਿੱਸਾ ਥੋੜ੍ਹਾ ਗਾ, ਮੱਧ ਪ੍ਰਦੇਸ਼ ਦਾ ਹਿੱਸਾ ਜ਼ਿਆਦਾ ਜਿਹੜੀ ਨਰਮਦਾ ਨਦੀ ਹੈ ਜ਼ਿਆਦਾ ਹਿੱਸਾ ਉਹਦਾ ਨਾ ਆਪਣਾ ਮੱਧ ਪ੍ਰਦੇਸ਼ ਦੇ ਵਿੱਚ ਹੈਗਾ, ਠੀਕ ਹੈ। ਤਾਂ ਕਰਕੇ ਇਹਦਾ ਆਨਸਰ ਆਪਣਾ ਕੀ ਬਣੂਗਾ? ਮੱਧ ਪ੍ਰਦੇਸ਼ ਬਣੂਗਾ। ਪਰ ਕਈ ਵਾਰੀ ਇਹ ਹੋ ਜਾਂਦਾ ਹੁੰਦਾ ਗਾ ਕਿ ਮੱਧ ਪ੍ਰਦੇਸ਼ ਆਪਸ਼ਨ ਦੇ ਵਿੱਚ ਨਹੀਂ ਦਿੰਦੇ, ਤਾਂ ਆਪਸ਼ਨ ਦੇ ਵਿੱਚ ਗੁਜਰਾਤ ਪਿਆ ਹੁੰਦਾ, ਅਤੇ ਫਿਰ ਆਪਾਂ ਗੁਜਰਾਤ ਲਾ ਕੇ ਆਉਣਾ। ਇਹ ਪ੍ਰਸ਼ਨ ਹੁੰਦੇ ਆ ਬੱਚੋ ਸੈਂਸ ਵਾਲੇ। ਸੈਂਸ ਦਾ ਮਤਲਬ ਸਮਝ ਲਓ ਕਿ ਆਪਾਂ ਆਪਦਾ ਮਾਈਂਡ ਵੀ ਕੰਮ ਕਰੇ। ਇਹ ਨਹੀਂ ਹੈਗਾ ਜਿਹੜਾ ਕੁਛ ਆਪਾਂ ਬੁੱਕ ਤੋਂ ਪੜ੍ਹ ਲਿਆ ਕਿ ਬਸ ਉਹੀ ਆਨਸਰ ਲਾਉਣਾ ਗਾ, ਠੀਕ ਹੈ। ਥੋੜ੍ਹਾ ਜਿਹਾ ਆਪਣਾ ਮਾਈਂਡ ਵੀ ਕੰਮ ਕਰਨਾ ਚਾਹੀਦਾ ਇਹ ਚੀਜ਼ਾਂ ਦੇ ਵਿੱਚ, ਠੀਕ ਹੈ ਜੀ। ਪਤਾ ਨਹੀਂ ਕੀ ਗੱਲ ਹੈ, ਜਦੋਂ ਮੈਂ ਪੜ੍ਹਾਉਣ ਲੱਗ ਜੂ ਨਾ, ਕਿਤੇ ਤਾਂ ਲੋਹਾ ਵੇਚਣ ਵਾਲਾ ਆ ਜਾਊਗਾ, ਕਿਤੇ ਆਹ ਕਬਾੜ ਚੱਕਦਾ ਫਿਰ ਉਹ ਆ ਜਾਊ, ਕਿਤੇ ਸਬਜ਼ੀ ਵਾਲਾ ਆ ਜਾਊਗਾ, ਕਿਤੇ ਜੋੜੇ ਕਢਾਉਣ ਵਾਲਾ ਆ ਜਾਊਗਾ। ਆਹ ਹੁਣ ਪਤਾ ਨਹੀਂ ਕਿਹੜਾ ਗੀਤ ਲਾਈ ਜਾਂਦਾ ਗਾ, ਪਤਾ ਨਹੀਂ ਕੀ ਚੱਕਰ ਹੈ, ਕਿ ਸਬਜ਼ੀ ਵਾਲਾ ਆ ਜਾਊਗਾ। ਜਦੋਂ ਮੈਂ ਪੜ੍ਹਾਉਣ ਲੱਗ ਜਾ ਉਦੋਂ ਆਉਂਦੇ ਹੁੰਦੇ ਇਹ। ਹੁਣ ਚੱਲਦੇ ਹਾਂ ਜੀ ਅੱਗੇ। ਵੈਨ ਇੰਡੀਅਨ ਨੈਸ਼ਨਲ ਏਅਰਵੇਜ਼ ਇਸਟੈਬਲਿਸ਼, ਏਅਰਵੇਜ਼ ਜਹਾਜ਼ ਉਡਾਉਣ ਲੱਗ ਗਏ ਹੁਣ ਆਪਾਂ। ਕਹਿੰਦੇ ਕਦੋਂ ਇੰਡੀਅਨ ਨੈਸ਼ਨਲ ਏਅਰਵੇਜ਼ ਇਸਟੈਬਲਿਸ਼ ਕੀਤਾ ਗਿਆ ਸੀ? ਵੈਰੀ ਇੰਪੋਰਟੈਂਟ ਪ੍ਰਸ਼ਨ ਹੈ। 1933, 1930, 1945 ਕਿ 1900? ਤਾਂ ਇਹਦਾ ਆਨਸਰ ਹੈਗਾ 1933। ਇਹ ਨੰਬਰ ਆਪਸ਼ਨ ਬਿਲਕੁਲ ਸਹੀ ਆਨਸਰ ਇਹਦਾ, ਠੀਕ ਹੈ ਜੀ। 1933 ਦਾ ਆਨਸਰ ਆਊਗਾ। ਸਵਰਾਜ ਪਾਰਟੀ, ਵੈਨ ਸਵਰਾਜ ਪਾਰਟੀ ਦੀ ਸਥਾਪਨਾ ਕਿਸ ਨੇ ਕੀਤੀ ਸੀ? ਬਹੁਤ ਜ਼ਿਆਦਾ ਵਾਰ ਕਰਵਾਤਾ ਤੁਹਾਨੂੰ ਭਾਈ ਮੈਂ ਇਹ, ਕਿ ਭਾਈ ਗਾਂਧੀ ਜੀ ਨੇ ਨਾ ਮਿਲਵਰਤਨ ਅੰਦੋਲਨ ਚਲਾਇਆ ਸੀ 1920 ਦੇ ਵਿੱਚ, ਨੌਨ ਓਬੀਡੀਐਂਸ ਮੂਵਮੈਂਟ, ਕਿ ਭਾਈ ਮੈਂ ਆਜ਼ਾਦੀ ਦਵਾ ਕੇ ਹਟੂੰਗਾ। ਇਸ ਤੋਂ ਬਾਅਦ 1922 ਦੇ ਵਿੱਚ ਚੋਰੀ ਚੋਰਾਂ ਦਾ ਕਾਂਡ ਹੋ ਗਿਆ ਸੀ। ਚੋਰੀ ਚੋਰਾਂ ਦੇ ਕਾਂਡ ਦੇ ਵਿੱਚ ਥਾਣੇ ਨੂੰ ਅੱਗ ਲਾਤੀ ਸੀ, ਅਤੇ ਆਪਣੇ ਬੰਦੇ ਵੀ ਮਾਰੇ ਗਏ ਸੀ ਪਹਿਲਾਂ ਪ੍ਰਦਰਸ਼ਨ ਕਰਦੇ। ਤਾਂ ਕਰਕੇ ਫਿਰ ਗਾਂਧੀ ਜੀ ਨੇ ਦੁੱਖ ਵਜੋਂ ਇਹ ਅੰਦੋਲਨ ਛੱਡਤਾ। CR ਦਾਸ ਅਤੇ ਜਵਾਹਰ ਲਾਲ ਨਹਿਰੂ, ਨਹੀਂ ਮੋਤੀ ਲਾਲ ਨਹਿਰੂ, CR ਦਾਸ ਅਤੇ ਮੋਤੀ ਲਾਲ ਨਹਿਰੂ ਗਾਂਧੀ ਜੀ ਨੂੰ ਕਹਿੰਦੇ ਗਾਂਧੀ ਜੀ ਇਹ ਕੰਮ ਤੁਸੀਂ ਗਲਤ ਕੀਤਾ, ਕਿ ਤੁਸੀਂ ਇਹ ਕੰਮ ਨਹੀਂ ਕਰਨਾ। ਗਾਂਧੀ ਜੀ ਕਹਿੰਦੇ ਮੈਂ ਤਾਂ ਕਰੂੰਗਾ। ਕਹਿੰਦੇ ਭਾਈ ਜੇ ਤੂੰ ਕਰੇਗਾ ਤਾਂ ਚੱਲੇ। ਕਹਿੰਦਾ ਠੀਕ ਹੈ ਭਾਈ ਚੱਲੋ। ਤਾਂ ਫਿਰ ਉਹਨਾਂ ਨੇ ਕੀ ਕੀਤਾ? ਸਵਰਾਜ ਪਾਰਟੀ ਬਣਾ ਲਈ ਸੀ। ਦੋ ਜਣਿਆਂ ਨੇ, ਕਿਹੜੇ ਸੀ? ਮੋਤੀ ਲਾਲ ਨਹਿਰੂ ਅਤੇ ਆਪਣਾ CR ਦਾਸ। ਪਹਿਲਾਂ ਤਾਂ ਪਟੀਸ਼ਨ ਇੱਥੇ ਬਣ ਕੇ ਕਿਹਨੇ ਬਣਾਈ ਸੀ? ਮੋਤੀ ਲਾਲ ਨਹਿਰੂ ਅਤੇ CR ਦਾਸ। ਦੂਸਰੇ 'ਚ ਬੱਚਿਆਂ ਨੂੰ ਇੰਨੀ ਕਨਫਿਊਜ਼ਨ ਹੈ ਯਾਰ, ਮੈਨੂੰ ਵੀ ਇਹ 'ਚ ਕਨਫਿਊਜ਼ਨ ਹੁੰਦੀ ਹੈ। ਦੇਖੋ ਜੇ ਤਾਂ 1922 ਪਿਆ ਆਪਸ਼ਨ ਦੇ ਵਿੱਚ, ਫਿਰ ਤਾਂ ਇਹ ਪ੍ਰਸ਼ਨ ਸਹੀ ਹੈ। ਜੇ 1922 ਨਹੀਂ ਪਿਆ, 1923 ਪਿਆ, ਫਿਰ ਇਹ ਸਹੀ ਹੈ। ਕਿਉਂਕਿ ਇਹ ਜਿਹੜੀ ਬਣੀ ਸੀ ਅਸਲ ਦੇ ਵਿੱਚ, ਜਿਹੜੀ ਕਹਿ ਰਹੇ ਹੈ ਇਹ 1 ਜੈਨ 1923 ਨੂੰ ਕਹਿੰਦੇ ਕਿ ਬਣੀ ਸੀ। ਅੱਧੀਆਂ ਬੁੱਕਸ ਦੇ ਵਿੱਚ 1922 ਹੈ, ਅੱਧੀਆਂ ਬੁੱਕਸ ਦੇ ਵਿੱਚ 1923 ਹੈ। ਇਹ ਹੁਣ ਆਪਾਂ ਡਿਪੈਂਡ ਕਰਨਾ ਕਿ ਦੋਨਾਂ ਦੇ ਵਿੱਚੋਂ ਕਿਹੜੀ ਆਪਾਂ ਨੂੰ ਈਅਰ ਉੱਥੇ ਪੇਪਰ ਦੇ ਵਿੱਚ ਮਿਲੂਗਾ। ਓਕੇ। ਭਾਰਤੀ ਸੰਵਿਧਾਨ ਦੇ ਵਿੱਚ ਕਿੰਨੀਆਂ ਅਨੁਸੂਚੀਆਂ ਹਨ? ਭਾਰਤੀ ਸੰਵਿਧਾਨ ਦੇ ਵਿੱਚ ਭਾਈ 12, 10, 11, 7। ਜਦੋਂ ਆਪਣਾ ਸੰਵਿਧਾਨ ਬਣਿਆ ਸੀ ਉਦੋਂ 8 ਅਨੁਸੂਚੀਆਂ ਸੀ, 22 ਭਾਗ ਸੀ ਉਦੋਂ, 395 ਆਰਟੀਕਲ ਸੀ। ਅੱਜ ਦੇ ਟਾਈਮ ਦੇ ਵਿੱਚ 448 ਵੀ ਹੈਗੇ ਆ, 450 ਵੀ ਕਹਿ ਦਿੰਦੇ ਆ, ਪਲੱਸ 12 ਅਨੁਸੂਚੀਆਂ, 25 ਭਾਗ ਹੈ, ਠੀਕ ਹੈ। ਇਹ ਅੱਜ ਦੇ ਹੈ। ਤਾਂ 12 ਅਨੁਸੂਚੀਆਂ ਅੱਜ ਦੀ ਗੱਲ ਕਰ ਰਹੇ ਨਾ, ਕਿੰਨੀਆਂ ਅਨੁਸੂਚੀਆਂ? 12। ਪ੍ਰਸ਼ਨ ਧਿਆਨ ਨਾਲ ਪੜ੍ਹਿਆ ਕਰੋ। ਕਈ ਵਾਰੀ ਨਾ ਇਹ ਉਲਝਾਉਣ ਦੇ ਮਾਰੇ ਕਹਿ ਲੈਂਦੇ ਕਿ ਜਦੋਂ ਸੰਵਿਧਾਨ ਬਣੇ ਸੀ ਉਦੋਂ ਆਪਣੇ ਕਿੰਨੀਆਂ ਅਨੁਸੂਚੀਆਂ ਸੀ, ਤਾਂ ਉਦੋਂ 8 ਆਊਗਾ। ਜੇ ਅੱਜ ਪੁੱਛਦਾ ਤਾਂ 12 ਆਊਗਾ। ਥੋੜ੍ਹਾ ਜਿਹਾ ਪ੍ਰਸ਼ਨ ਨਾ ਕਾਹਲੀ ਨਹੀਂ ਕਰਨੀ। ਪ੍ਰਸ਼ਨ ਇੱਕ ਤਾਂ ਇਹਨੇ ਕਹਿੰਦੇ ਨੇ ਕਿ ਇੱਕ ਪ੍ਰਸ਼ਨ 2 ਵਾਰੀ ਪੜ੍ਹਿਆ ਕਰੋ। ਸਿਟੀ ਆਫ ਰੋਜ਼ਸ ਮੈਨੇ ਹੁੰਦਾ ਗੁਲਾਬ, ਸਿਟੀ ਫੁੱਲਾਂ ਦੀ ਸਿਟੀ ਕਿਸ ਨੂੰ ਕਿਹਾ ਜਾਂਦਾ, ਜਾਂ ਗੁਲਾਬਾਂ ਦੀ ਸਿਟੀ ਕਿਸ ਨੂੰ ਕਿਹਾ ਜਾਂਦਾ? ਇਹ ਕਿਹਾ ਜਾਂਦਾ ਕਿ ਪੂਨੇ ਨੂੰ, ਚੰਡੀਗੜ੍ਹ ਨੂੰ, ਸ਼੍ਰੀਨਗਰ ਨੂੰ, ਕਿ ਅੰਬਾਲਾ ਨੂੰ?
ਇਹ ਕਿਹਾ ਜਾਂਦਾ ਬੀ ਨੰਬਰ ਆਪਸ਼ਨ। ਪੱਟ ਤੇ ਜੱਟਾਂ ਦੇ ਪੁੱਤ ਚੰਡੀਗੜ੍ਹ ਸ਼ਹਿਰ ਨੇ। ਚੰਡੀਗੜ੍ਹ ਵੀ ਯਾਰ ਹੈ ਨਾ ਪੁੱਤਰੋ, ਹੁਣ ਪਹਿਲਾਂ ਵਾਲੀ ਰੌਣਕ ਰਹੀ ਨਹੀਂ ਹੈ ਨਾ। ਮੈਂ ਵੀ ਜਾ ਕੇ ਆਇਆ ਇੱਕ ਦੋ ਵਾਰੀ, ਕੋਈ ਹੈ ਨਹੀਂ ਏਡੀ ਖਾਸ ਗੱਲ, ਖਤਮ ਜੀ ਇਹ ਕੰਮ ਉੱਥੇ ਵੀ। ਹੁਣ ਉਹ ਗਿਆ ਨਾ ਮੁਲਕ ਬਾਹਰ ਤੁਰੀ ਜਾਂਦਾ ਸਾਰਾ, ਇੱਥੇ ਗੱਲਾਂ ਨਾਲ ਰੁਜ਼ਗਾਰ ਦੇ ਰਹੇ ਆ ਲੀਡਰ। ਗੱਲਾਂ ਨਾਲ ਤਾਂ ਤੁਹਾਨੂੰ ਪਤਾ ਹੀ ਹੈ। ਇੰਨੀ ਪੋਸਟ ਜੀ ਲੱਖ ਕੱਢਤੀ, ਚਲੋ ਆਪਾਂ ਖੁਸ਼। 10,000 ਹੋਰ ਕੱਢਤੀ ਜੀ ਆਪਾਂ ਖੁਸ਼। ਲੱਖ ਹੋਰ ਕੱਢਤੀ ਜੀ, ਉਹਨੂੰ ਆਏਗੀ ਭਾਵੇਂ 5 ਲੱਖ ਕੱਢ ਦਿਓ, ਆਪਾਂ ਕਿਹੜਾ ਦੇਣੀ ਹੈ। ਜੇ ਤਾਂ ਦੇਣੀ ਹੋਵੇ ਫਿਰ ਤਾਂ 100 ਵੀ ਬਹੁਤਾ ਪੋਸਟ ਹੈ, ਪਰ ਜੋ ਦੇਣੀ ਨਹੀਂ ਫਿਰ ਤਾਂ 5 ਲੱਖ 4 ਲੱਖ 3 ਲੱਖ। ਜਿੱਥੇ ਆਪਣੇ CM ਬਣੇ ਸੀ ਨਾ ਚੰਨੀ ਸਾਹਿਬ, ਜਿੱਦੇ CM ਬਣੇ ਸੀ ਉੱਦਾਂ ਇਹਨਾਂ ਨੇ ਕਰਨਾ ਸੀ ਕੰਮ ਇਹ ਕਿ ਭਾਈ ਮੈਂ ਬਣ ਗਿਆ CM, ਪਹਿਲਾਂ ਸਾਰੀਆਂ ਭਰਤੀਆਂ ਕਲੀਅਰ ਕਰੋ ਬੱਚਿਆਂ ਦੀਆਂ। ਜਿਹੜੇ ਭਰਤੀਆਂ ਦੇ ਕੇਸ ਲੱਗੇ ਉਹਨਾਂ ਦਾ ਨਿਪਟਾਰਾ ਕਰੋ, ਪੁੱਛੋ ਕੀ ਕਹਿੰਦਾ ਕੋਰਟ, ਅਤੇ ਨਿਬੇੜੋ ਕੰਮ ਉਹਨਾਂ ਦਾ। ਆਹ ਗੱਲ ਕਹਿਣੀ ਸੀ ਇਹਨਾਂ ਨੇ। ਇਹਨਾਂ ਤੋਂ ਕੋਈ ਵਾਸਤੇ ਨਹੀਂ, ਠੀਕ ਹੈ। ਫਿਰ ਅੱਧੇ ਫਿਰ ਮੈਨੂੰ ਫਿਰ ਗੁੱਸਾ ਚੜ੍ਹਦਾ, ਅੱਧੇ ਫਿਰ ਵਿੱਚ ਹੋਰ ਗੱਲਾਂ। ਫਿਰ ਅੱਧੇ ਬੱਚੇ, ਇੱਕ ਬੱਚਾ ਕਹਿੰਦਾ ਸਰ ਜੀ ਡਿਸਲਾਇਕ ਵੱਧ ਰਹੇ ਨੇ। ਭਾਈ ਡਿਸਲਾਇਕ ਵਧੀ ਜਾਣ ਪੁੱਤਰੋ, ਕੋਈ ਚੱਕਰ ਵਾਲੀ ਗੱਲ ਨਹੀਂ। ਕਹਿੰਦਾ ਅੱਗੇ ਆਪਣੇ ਡਿਸਲਾਇਕ ਘੱਟ ਹੁੰਦੇ ਸੀ, ਹੁਣ ਡਿਸਲਾਇਕ 50-50 'ਤੇ ਵਗ ਜਾਂਦੇ ਆ। ਕੀ ਵਗ ਜਾਂਦੇ ਹੋ ਯਾਰ? ਮੈਂ ਤੁਹਾਨੂੰ ਪਹਿਲਾਂ ਕਿੱਦਾਂ ਦਾ ਦੱਸ ਰਿਹਾ ਕਿ ਭਾਈ ਮੈਂ ਜਿਹੜਾ ਚੈਨਲ ਚਲਾਇਆ ਨਾ, ਮੈਂ ਇਹ ਕੋਈ ਪੈਸੇ ਵਾਸਤੇ ਨਹੀਂ ਚਲਾਇਆ ਹੈਗਾ। ਤੁਹਾਨੂੰ ਦੱਸੀ ਜਾਂਦੇ ਪੈਸੇ ਵਾਸਤੇ ਕਮਾਉਣਾ ਹੋਵੇ, ਲੈ ਮੈਂ ਹੁਣ 1000 MCQ ਇੰਨੇ ਮੇਰੇ ਕੋਲ 1000 MCQ ਪਿਆ, 1000 MCQ ਦੀ ਲੜੀ ਪਈ ਹੈ ਮੇਰੇ ਕੋਲ ਬਣਾਈ ਹੋਈ। ਜੇ ਮੈਂ 1000 MCQ ਦੀ ਲੜੀ ਵੇਚਣ ਨਾਲ ਇੰਨਾ ਵੀ ਕਹਿਣਾਗਾ ਕਿ SSS ਬੋਰਡ ਦਾ ਪੇਪਰ ਵੀ ਇਹਦੇ ਵਿੱਚੋਂ ਆਊਗਾ, FCI ਦਾ ਵੀ ਇਹਦੇ ਵਿੱਚੋਂ ਆਊਗਾ, ਠੀਕ ਹੈ। ਜੇ ਮੈਂ ਹੁਣ ਕਹਿੰਦਾ ਭਾਈ ਕਿ ਆਹ ਲਓ ਭਾਈ 1000 MCQ ਲੈ ਲਓ ਮੈਥੋਂ, ਦੇ ਦਿਓ ਮੈਨੂੰ 500-500 ਰੁਪਈਆ, ਦਿਓਗੇ ਨਾ ਤੁਸੀਂ ਮੈਨੂੰ, ਠੀਕ ਹੈ। ਜੇ ਨਾ ਦਿਓਗੇ ਚੱਲ ਕੋਈ ਗੱਲ ਨਹੀਂ, ਤਾਂ ਵੀ ਚੱਲ ਜਿੰਨਾਂ ਨੇ ਵੀ ਦੇਤੇ 1000 ਲੱਖ ਦੇ ਵਿੱਚੋਂ 1000 ਨੇ ਵੀ ਦਿੱਤਾ ਤਾਂ ਬਹੁਤ ਵੱਡੀ ਗੱਲ ਹੈ, ਠੀਕ ਹੈ। ਤਾਂ ਇਹ ਕੰਮ ਨਹੀਂ ਹੈਗਾ ਯਾਰ, ਆਪਾਂ ਸੱਚ ਬੋਲਣਾ ਗਾ। ਮਰੀਆਂ ਜ਼ਮੀਰਾਂ ਵਾਲੇ ਤਾਂ ਹੋਰ ਵੀ ਬਹੁਤ ਹੈਗੇ, ਪਰ ਸੱਚ ਬੋਲਣਾ ਨਹੀਂ ਹੈਗਾ ਨਾ ਕੋਈ। ਮੈਂ ਹਮੇਸ਼ਾ ਸੱਚ ਬੋਲਦਾ ਹੁੰਦਾ, ਕਦੇ ਆਪਾਂ ਕਿਸੇ ਚਮਚੀ ਨਹੀਂ ਮਾਰੀ, ਨਾ ਕਦੇ ਮਾਰਨੀ ਹੈ, ਠੀਕ ਹੈ। ਆਪਦੇ ਦਮ 'ਤੇ ਬਣੇ ਅਤੇ ਆਪਦੇ ਦਮ 'ਤੇ ਰਹਿਣਾ। ਇਹੀ ਪਰਸਨੈਲਿਟੀ ਹਰੇਕ ਬੰਦਾ ਬਣਾ ਕੇ ਰੱਖੋ, ਮੈਂ ਤਾਂ ਕਹਿਣਾ, ਠੀਕ ਹੈ। ਇਹਨਾਂ ਦੀ ਝਾਂਸਿਆਂ 'ਚ ਨਾ ਆਓ। ਇੱਕ ਵਾਰੀ ਹੋਰ ਦੱਸਦਾ, ਜੇ ਤਾਂ ਇਹ ਨੌਕਰੀਆਂ ਦਿੰਦੇ ਫਿਰ ਵੋਟ ਪਾਇਓ, ਨਹੀਂ ਵੋਟ ਪਾਉਣ ਦੀ ਕੋਈ ਲੋੜ ਨਹੀਂ ਤੁਹਾਨੂੰ ਵੀ, ਸੁਣ ਗਿਆ ਨਾ। ਅਤੇ ਇੰਨੇ ਬੁੱਧੂ ਨਾ ਬਣੋ। ਪੜ੍ਹੇ ਲਿਖੇ ਅਤੇ ਅਨਪੜ੍ਹ ਦੇ ਵਿੱਚ ਆਪਣੇ ਨਾ ਇੱਕ ਵਿਗਿਆਨੀ ਸੀ, ਪਰ ਵਿਗਿਆਨੀ ਨਹੀਂ ਸੀ ਯਾਰ, ਕੋਈ ਬੰਦਾ ਸੀ, ਉਹਦੀ ਨਾ ਇੱਕ ਗੱਲ ਸੁਣੀ, ਕਹਿੰਦਾ ਆਪਣੇ ਇੰਡੀਆ ਦੇ ਵਿੱਚ ਪੜ੍ਹੇ ਲਿਖੇ ਅਨਪੜ੍ਹ ਆ, ਕਹਿੰਦਾ ਪੜ੍ਹੇ ਲਿਖੇ ਅਨਪੜ੍ਹ ਆਪਣੇ ਇੰਡੀਆ ਦੇ ਵਿੱਚ। ਤੁਸੀਂ ਦੇਖ ਲਓ ਕਿਸੇ ਬੰਦੇ ਨੇ ਕਿੱਡੀ ਵੱਡੀ ਗੱਲ ਕਹੀ ਹੋਊਗੀ ਇਹ। ਆਪਾਂ ਬਾਹਲੀ ਛੇਤੀ ਲਾਲਚ ਦੇ ਵਿੱਚ ਆ ਜਾਂਦੇ, ਬਾਹਲੀ ਛੇਤੀ ਆਪਾਂ ਪਿਘਲ ਜਾਂਦੇ ਹਾਂ, ਬਾਹਲੀ ਛੇਤੀ ਆਪਾਂ ਕਿਸੇ ਨੂੰ ਆਪਦਾ ਬਣਾ ਲੈਂਦੇ ਹਾਂ। ਜਦੋਂ ਅਗਲੇ ਦਾ ਮਤਲਬ ਹੁੰਦਾ, ਅਗਲਾ ਮਤਲਬ ਕੱਢ ਲੈਂਦਾ, ਮੁੜ ਕੇ ਚੱਲੋ ਬਈ ਤੂੰ ਕੌਣ ਮੈਂ ਕੌਣ, ਠੀਕ ਹੈ। ਜੇ ਤਾਂ ਆਪਣੀਆਂ ਭਰਤੀਆਂ ਦਾ ਮਸਲਾ ਨਿਬੜਦਾ, ਠੀਕ ਹੈ, ਫਿਰ ਤਾਂ ਤੁਸੀਂ ਹੱਕ 'ਚ ਖੜ੍ਹ ਜਾਓ। ਨਹੀਂ ਕਿਸੇ ਨੂੰ ਹੱਕ 'ਚ ਖੜ੍ਹਨ ਦੀ ਲੋੜ ਨਹੀਂ, ਆਪਦਾ ਆਪ ਦੇਖੋ, ਜਿੱਦਾਂ ਤੁਹਾਡਾ ਜੀਅ ਕਰਦਾ ਉੱਧਰ ਜਾਓ, ਠੀਕ ਹੈ। ਕਿਉਂ ਛਿੱਤਰ ਖਾਧੇ ਇੰਨੇ ਸਾਲਾਂ ਦੇ ਯਾਰ ਆਪਾਂ। ਵਿੱਚ ਇਜ਼ ਦਾ ਫਸਟ ਆਸਕਰ ਅਵਾਰਡ ਵਿਨਰ ਇੰਡੀਅਨ ਮੂਵੀ। ਕਹਿੰਦੇ ਉਹ ਕਿਹੜੀ ਇੰਡੀਅਨ ਮੂਵੀ ਹੈ ਜਿਹਨੂੰ, ਇੰਡੀਅਨ ਮੂਵੀ ਤਾਂ ਹੋਰ ਵੀ ਹੈਗੀਆਂ ਫਸਟ, ਪਰ ਇਹਨਾਂ ਨੇ ਪੁੱਛਿਆ ਕਿ ਆਸਕਰ ਕਿਹੜੀ ਨੂੰ ਮਿਲਿਆ, ਤਾਂ ਆਸਕਰ ਮਿਲਿਆ ਬੌਸ, ਡੈਥ ਅਲਾਈਵ, ਗਾਂਧੀ, ਮਜਨੂ ਕਿ ਨਨ ਆਫ ਦੀਜ਼। ਜਿਹੜਾ ਇਹ ਅਵਾਰਡ ਮਿਲਿਆ ਭਾਈ, ਇਹ ਮਿਲਿਆ ਆਪਣੀ ਗਾਂਧੀ ਮੂਵੀ ਵਾਸਤੇ ਮਿਲਿਆ ਸੀ ਆਸਕਰ ਅਵਾਰਡ। ਪਹਿਲੀ ਮੂਵੀ ਇਹ ਜਿਹਨੂੰ ਆਸਕਰ ਮਿਲਿਆ ਸੀ। ਬਲੈਕ ਹੋਲ ਕੰਸੈਪਟ ਕਿਸ ਨੇ ਦਿੱਤਾ ਸੀ, ਲੱਭਿਆ ਕਿਹਨੇ ਸੀ? ਲੱਭਿਆ ਤਾਂ ਇਹ ਨਾਸਾ ਨੇ ਸੀ। ਜਿਹੜੇ ਕਨਸੈਪਟ ਦਿੱਤਾ ਸੀ ਇਹ ਕਿਹਨੇ ਦਿੱਤਾ ਸੀ? ਕਹਿੰਦੇ S ਚੰਦਰ ਸ਼ੇਖਰ, BD ਸ਼ੈਨੀ, ਰਵੀ ਕ੍ਰਿਸ਼ਨ ਕਿ ਨਨ ਆਫ ਦੀਜ਼। ਤਾਂ ਜਿਹੜਾ ਭਾਈ ਇਹ ਬਲੈਕ ਹੋਲ ਦਾ ਕਨਸੈਪਟ ਦਿੱਤਾ ਸੀ ਨਾ, ਇਹ ਦਿੱਤਾ ਸੀ ਆਪਣੇ A ਨੰਬਰ ਆਪਸ਼ਨ ਨੇ, S ਚੰਦਰਾ ਸ਼ੇਖਰ। ਨਾਰਵੇ ਦੀ ਕਰੰਸੀ ਕੀ ਹੈ? ਓਸਲੋ ਤਾਂ ਇਹਦੀ ਰਾਜਧਾਨੀ ਹੈ ਨਾਰਵੇ ਦੀ, ਠੀਕ ਹੈ। ਆਹ ਤਾਂ ਹੈਗੀ ਰਾਜਧਾਨੀ, ਇਹਦੇ ਨੌਲੇਜ ਜੋ ਕਿਤੇ। ਪੀਸੋ ਹੈ ਨਹੀਂ ਇਹਦੀ, ਰਾਂਡ ਵੀ ਹੈ ਨਹੀਂ, ਅਤੇ ਕਰੋਨ। ਨਾਰਵੇ ਦੀ ਰਾਜਧਾਨੀ ਕੀ ਹੈ? ਉਹ ਕਰੰਸੀ ਕੀ ਹੈ? ਕਰੋਨ ਹੈ, ਅਤੇ ਰਾਜਧਾਨੀ ਕੀ ਆ? ਓਸਲੋ। ਇਹ ਆਪਰੇਸ਼ਨ ਵੀ ਪੱਕੇ ਯਾਦ ਕਰ ਲਓ। ਇਹ ਵੀ ਮੈਂ ਕਰੰਸੀਆਂ ਜਿਹੜੀਆਂ ਇੰਪੋਰਟੈਂਟ ਆ, ਜਿਹੜੀਆਂ ਪੇਪਰ ਦੇ ਵਿੱਚ ਪਿਛਲੇ ਪੇਪਰਾਂ ਦੇ ਵਿੱਚ ਉਹੀ ਵਾਰੀ ਪੁੱਛਿਆ ਜਾਂਦੀਆਂ, ਉਹ ਵੀ ਕਰਵਾ ਕੇ ਗਿਆ ਮੈਂ। ਅਤੇ ਇੱਕ ਕਰੰਸੀ ਤੁਹਾਨੂੰ FCA ਦੇ ਪੇਪਰ ਵਿੱਚ, SSS ਬੋਰਡ ਦੇ ਪੇਪਰ ਦੇ ਵਿੱਚ ਪੱਕੀ ਦੇਖਣ ਨੂੰ ਮਿਲਣੀ ਹੈ। ਇੱਕ ਨੰਬਰ ਨਾਲ ਬਹੁਤ ਫਰਕ ਪੈ ਜਾਂਦਾ ਪੁੱਤਰੋ। ਧਰਤੀ ਦਾ ਜੁੜਵਾ ਗ੍ਰਹਿ ਕਿਸ ਨੂੰ ਕਿਹਾ ਜਾਂਦਾ ਹੈ, ਜਾਂ ਟਵਿਨ ਆਫ ਅਰਥ ਵੀ ਕਿਹਾ ਜਾਂਦਾ ਹੈਗਾ, ਠੀਕ ਹੈ। ਮਾਰਸ, ਪਲੂਟੋ, ਨੈਪਚੂਨ, ਵਿਨਸ। ਤਾਂ ਇਹ ਕਿਹਾ ਜਾਂਦਾ ਵੀ ਆਪਣਾ D ਨੰਬਰ ਆਪਸ਼ਨ ਨੂੰ ਵਿਨਸ ਨੂੰ ਕਿਹਾ ਜਾਂਦਾ ਹੈਗਾ। ਇਹ ਗੱਲ ਯਾਦ ਰੱਖਣੀ, ਠੀਕ ਹੈ। ਹੁਣ ਆਪਾਂ ਚੱਲਦੇ ਹਾਂ ਅਗਲੇ ਪ੍ਰਸ਼ਨ 'ਤੇ। ਪਲੂਟੋ ਦੇ ਨੇੜਲੇ ਨਵਾਂ
ਪਲੂਟੋ ਦੇ ਸਭ ਤੋਂ ਨੇੜੇ ਦਾ ਗ੍ਰਹਿ ਕਿਹੜਾ ਹੈਗਾ? ਸਭ ਤੋਂ ਪਹਿਲਾਂ ਪਲੂਟੋ ਬਾਰੇ ਗੱਲ ਸੁਣੋ। ਪਲੂਟੋ ਆਪਾਂ ਅੱਜ ਦੇ ਟਾਈਮ 'ਚ ਗ੍ਰਹਿ ਕਿੰਨੇ ਆਪਣੇ? ਅੱਧੇ ਕਹਿਣਗੇ 9 ਗ੍ਰਹਿ ਜੀ ਆਪਣੇ। ਨਹੀਂ ਪੁੱਤਰੋ, ਅੱਜ ਦੇ ਟਾਈਮ ਦੇ ਵਿੱਚ ਆਪਣੇ 8 ਗ੍ਰਹਿ ਹੈਗੇ। ਕਦੇ ਵੀ ਇਹ ਪ੍ਰੀਸ਼ਨ ਨਾ ਗਲਤ ਕਰਿਆ ਹੋ। ਅੱਜ ਦੇ ਟਾਈਮ ਦੇ ਵਿੱਚ ਆਪਣੇ 8 ਗ੍ਰਹਿ ਹੈਗੇ। ਜਿਹੜਾ ਆਪਣਾ 9ਵਾਂ ਗ੍ਰਹਿ ਸੀ ਪਲੂਟੋ ਗ੍ਰਹਿ ਸੀ, ਉਹਨੂੰ ਗ੍ਰਹਿਆਂ ਦੀ ਸ਼੍ਰੇਣੀ ਦੇ ਵਿੱਚੋਂ ਕੱਢ ਕੇ ਉਹਨੂੰ ਕਿਹੜੇ ਗ੍ਰਹਿ ਦੇ ਵਿੱਚ ਪਾਤਾ? ਬੌਣੇ ਗ੍ਰਹਿਆਂ ਦੇ ਵਿੱਚ ਪਾਤਾ। ਠੀਕ ਹੈ, ਕਿਹਦੇ ਗ੍ਰਹਿਆਂ ਦੇ ਵਿੱਚ? ਬੌਣੇ ਗ੍ਰਹਿ। ਤਾਂ ਇਹ ਸਭ ਤੋਂ ਨੇੜਲਾ ਗ੍ਰਹਿ ਕਿਹੜਾ ਦਾ? ਸੈਚਰਨ, ਮਰਕਰੀ, ਯੂਰੇਨਸ ਕਿ ਨੈਪਚੂਨ? ਤਾਂ ਜਿਹੜੇ ਬੱਚੇ ਨੇ ਆਨਸਰ ਲਾਇਆ ਡੀ ਨੰਬਰ ਆਪਸ਼ਨ ਨੈਪਚੂਨ। ਨੈਪਚੂਨ ਨੂੰ ਹੀ ਆਪਾਂ ਕਹਿੰਦੇ ਨੇ ਬਰੁਨ, ਇਹਨੂੰ ਕਹਿੰਦੇ ਨੇ ਅਰੁਣ। ਠੀਕ ਹੈ, ਇਹ ਗੱਲ ਯਾਦ ਰੱਖਣੀ। ਇਹਦੇ ਵਿੱਚ BCCI ਵਾਜ ਸਟੈਲਿਵਸ। BCCI ਦੀ ਫੁੱਲ ਫਾਰਮ ਕੀ ਹੈ? ਬੋਰਡ ਆਫ ਕ੍ਰਿਕਟ ਕਾਊਂਸਲ ਆਫ ਇੰਡੀਆ। ਬੋਰਡ ਫੋਰ ਕ੍ਰਿਕਟ ਕਾਊਂਸਲ ਆਫ ਇੰਡੀਆ। BCCI ਹੈੱਡਕੁਆਟਰ ਕਿੱਥੇ ਇਹਦਾ? ਮੁੰਬਈ ਦੇ ਵਿੱਚ ਹੈ। ਕੌਣ ਹੈ ਇਹਦਾ ਮੁਖੀ? ਸੌਰਵ ਗਾਂਗੁਲੀ। 1911, 1909, 1928, 1932, 1904 ਦੇ ਵਿੱਚ ਇਹਦਾ ਬਣਿਆ ਸੀ ਫੀਫਾ। ਫੀਫਾ ਜਿਹੜੇ ਫੁੱਟਬਾਲ ਕਰਾਉਂਦਾ, ਕਿੱਥੇ ਹੈੱਡਕੁਆਟਰ ਹੈ? ਯੂਰਪ ਦੇ ਵਿੱਚ। ਠੀਕ ਹੈ, ਅਤੇ ਇਹ ਬਣਿਆ ਸੀ 1928 ਦੇ ਵਿੱਚ। ਵੈਰੀ 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 ਇੰਪੋਰਟੈਂਟ ਪ੍ਰਸ਼ਨ ਆਪਾਂ ਉਹਨਾਂ ਦੇ ਵਿੱਚੋਂ ਪੱਕੇ ਪ੍ਰਸ਼ਨ ਮਿਲਣਗੇ ਯਾਰ ਤੁਹਾਨੂੰ, ਪੱਕਾ ਹੀ। ਤੁਹਾਨੂੰ ਫਾਲਤੂ ਚੀਜ਼ ਨਹੀਂ ਕਰੀ ਵੀ ਮੈਂ ਕਰਵਾਂ। ਤੁਹਾਨੂੰ ਪਤਾ ਹੈਗਾ ਯਾਰ ਮੈਂ ਤਾਂ ਆਏ ਹੁੰਦਾ ਹੈਗਾ ਕਿ ਕਿਸੇ ਬੱਚੇ ਦਾ ਟਾਈਮ ਨਾ ਖਰਾਬ ਹੋਵੇ, ਸਿਰਫ ਆਪਾਂ ਇੰਪੋਰਟੈਂਟ ਚੀਜ਼ ਹੀ ਕਰਵਾਈਏ। ਸਲੀਪਿੰਗ ਆਫ ਸਟੇਟ ਕਿਸ ਰਾਜ ਨੂੰ ਕਿਹਾ ਜਾਂਦਾ? ਇਹੋ ਜਿਹੇ ਪ੍ਰਸ਼ਨ ਤੁਹਾਨੂੰ ਪੇਪਰ ਦੇ ਵਿੱਚ ਆਮ ਦੇਖਣ ਨੂੰ ਮਿਲਣਗੇ। ਠੀਕ ਹੈ, ਜਿਹੜੇ ਮੈਂ ਪ੍ਰਸ਼ਨ ਕਰਵਾ ਰਿਹਾ, ਠੀਕ ਹੈ, ਇੱਕ ਗੱਲ ਯਾਦ ਰੱਖ ਲਓ। ਜੇ 10 ਨੰਬਰ ਮਤਲਬ 10 ਨੰਬਰ ਦੀ ਜੀ ਕੇ ਆਉਂਦੀ ਹੈ, ਗੈਸ ਦੱਸ ਦਿਓ ਤੁਹਾਨੂੰ 10 ਨੰਬਰਾਂ ਦੇ ਵਿੱਚ 10 ਨੰਬਰ ਦੀ ਜੀ ਕੇ ਆਉਂਦੀ ਹੈ, ਉਹਦੇ ਵਿੱਚੋਂ PSSB ਵਾਲੇ ਨੂੰ ਤਾਂ ਇਹਦੇ ਵਿੱਚ ਮਿਲਣਗੇ 6 ਪ੍ਰਸ਼ਨ। PSSB ਨੂੰ ਜਿਹੜੇ ਮੈਂ ਕਰਵਾ ਰਿਹਾ, ਜੇ 100 ਪ੍ਰਸ਼ਨ ਕਰਵਾਤਾ ਉਹ 'ਚੋਂ 70 ਪ੍ਰਸ਼ਨ ਤੁਹਾਨੂੰ ਮਿਲ ਸਕਦੇ ਆ, 70 ਦੇ ਵਿੱਚੋਂ ਮਿਲ ਸਕਦਾ ਕਹਿੰਦਾ ਮਤਲਬ। ਅਤੇ FCI ਵਾਲਿਆਂ ਨੂੰ ਭਾਈ 10 ਦੇ ਵਿੱਚੋਂ 10 ਪ੍ਰਸ਼ਨ ਇੱਥੋਂ ਹੀ ਮਿਲਣਗੇ। ਇਹ ਗੱਲ ਯਾਦ ਰੱਖਣੀ ਹੈ, ਕਿਉਂਕਿ ਇਹ ਮੈਂ 4 ਨੰਬਰ ਘਟਾਏ। ਕਾਹਦੇ ਘਟਾਏ? ਇਹ ਘਟਾਏ ਮੈਂ ਪੰਜਾਬ GK ਦੇ, ਕਿਉਂਕਿ ਵਿੱਚ ਪੰਜਾਬ GK ਵੀ ਪਾਉਣਗੇ ਉਹ। ਸਲੀਪਿੰਗ ਆਫ ਸਟੇਟ ਕਿਸ ਨੂੰ ਕਿਹਾ ਜਾਂਦਾ ਹੈਗਾ? MP, ਮੱਧ ਪ੍ਰਦੇਸ਼, ਹਿਮਾਚਲ ਪ੍ਰਦੇਸ਼, ਸਿੱਕਮ ਕਿ ਅਰੁਣਾਚਲ ਪ੍ਰਦੇਸ਼। ਤਾਂ ਜਿਹੜੀ ਸਲੀਪਿੰਗ ਸਟੇਟ ਹੈ ਇਹ ਕਿਹਾ ਜਾਂਦਾ ਹੈਗਾ MP ਨੂੰ, ਮੱਧ ਪ੍ਰਦੇਸ਼ ਨੂੰ। ਸਲੀਪਿੰਗ ਸਟੇਟ ਦਾ ਕੀ ਮਤਲਬ ਹੈ? ਸੁੱਤੀ ਹੋਈ ਸਟੇਟ ਕਿਸ ਨੂੰ ਕਿਹਾ ਜਾਂਦਾ ਹੈ? ਸੁੱਤੀ ਹੋਈ ਸਟੇਟ। ਤਾਂ ਸੁੱਤੀ ਹੋਈ ਸਟੇਟ ਕਿਹਨੂੰ ਕਿਹਾ ਜਾਂਦਾ? ਇਹ ਮੱਧ ਪ੍ਰਦੇਸ਼ ਨੂੰ ਕਿਹਾ ਜਾਂਦਾ। ਕਿਉਂ ਕਿਹਾ ਜਾਂਦਾ? ਕਿਉਂਕਿ ਇੱਥੇ ਜੰਗਲ ਸਭ ਤੋਂ ਜ਼ਿਆਦਾ ਹੈ, ਸਭ ਤੋਂ ਜ਼ਿਆਦਾ ਜੰਗਲ ਹੈ ਇੱਥੇ, ਤਾਂ ਕਰਕੇ ਕਿਹਾ ਜਾਂਦਾ। ਇਹ ਗੱਲ ਯਾਦ ਰੱਖਣੀ ਹੈ। ਅਤੇ ਭਾਈ ਇਹਨਾਂ ਨਾਲ ਆਪਣੀ ਇਹ ਚੀਜ਼ ਕੰਪਲੀਟ ਹੋਊਗੀ। ਠੀਕ ਹੈ, ਅਤੇ ਸਾਰੇ ਕੈਂਡੀਡੇਟ ਆਪਣੀ ਤਿਆਰੀ ਕਰ ਲਓ। ਅਤੇ ਮੈਥ ਦਾ ਲੈਕਚਰ ਤੁਹਾਨੂੰ ਕੱਲ੍ਹ ਨੂੰ ਮੈਂ ਪ੍ਰੋਵਾਈਡ ਕਰਵਾ ਦੂੰਗਾ। ਠੀਕ ਹੈ, ਅਤੇ ਕੱਲ੍ਹ ਨੂੰ ਆਪਣਾ ਟੈਸਟ, ਕੱਲ੍ਹ ਨੂੰ ਟੈਸਟ ਨਹੀਂ, ਐਂ ਕਰੋ ਪਰਸੋਂ ਆਪਣਾ ਟੈਸਟ ਹੈਗਾ ਰੇਸ਼ੋ ਦਾ। ਪਰਸੋਂ ਰੇਸ਼ੋ ਦਾ ਟੈਸਟ ਹੈ ਮੈਥ ਦਾ, ਇਹ ਗੱਲ ਯਾਦ ਰੱਖਣੀ ਹੈ। ਠੀਕ ਹੈ, ਅਤੇ ਇਸ ਕੱਲ੍ਹ ਨੂੰ ਆਪਾਂ ਸ਼ੁਰੂ ਕਰਦੇ ਹਾਂ ਪ੍ਰੋਫਿਟ ਐਂਡ ਲੋਸ। ਪ੍ਰੋਫਿਟ ਐਂਡ ਲੋਸ। ਠੀਕ ਹੈ, ਪਰਸੋਂ ਦਾ ਟੈਸਟ ਲਵਾਂਗੇ, ਅਤੇ ਟੈਸਟ ਨਾਲ ਦੀ ਨਾਲ ਹੀ ਮੈਂ ਹੱਲ ਕਰੂੰਗਾ। ਅਤੇ ਉਹਦੇ ਵਿੱਚ 3-4 ਘੱਟੋ ਘੱਟ 10 ਸਵਾਲ ਮੈਂ ਨਵੇਂ ਪਾਊਂਗਾ, ਨਵੀਂ ਟਾਈਪ ਦੇ ਪਾਊਂਗਾ, ਅਤੇ ਉਹ ਵੀ ਆਪਾਂ ਹੱਲ ਕਰਾਂਗੇ ਪੂਰੇ ਵਧੀਆ, ਜਿਵੇਂ ਪਹਿਲਾਂ ਕਰਵਾਇਆ ਸੌਖੇ ਤਰੀਕੇ ਨਾਲ। ਠੀਕ ਹੈ ਜੀ, ਅਤੇ ਜ਼ਿਆਦਾ ਫੋਕਸ ਮੈਂ ਤੁਹਾਨੂੰ ਦੱਸਿਆ ਮੈਥ, ਰੀਜ਼ਨਿੰਗ 'ਤੇ ਥੋੜ੍ਹਾ ਜ਼ਿਆਦਾ ਫੋਕਸ ਰੱਖੋ, ਕਿਉਂਕਿ ਇਹ ਸਬਜੈਕਟ ਆ ਜਿਹੜੇ ਕਦੇ ਵੀ ਬਾਹਰੋਂ ਨਹੀਂ ਆਉਂਦੇ ਹੁੰਦੇ, ਪਲੱਸ ਕੰਪਿਊਟਰ। ਠੀਕ ਹੈ ਜੀ, ਤਾਂ ਇਹਦੇ ਨਾਲ ਆਪਣਾ ਇਹ ਲੈਕਚਰ ਅੱਜ ਕੰਪਲੀਟ ਹੁੰਦਾ ਗਾ। ਅਤੇ ਧੰਨਵਾਦ ਮੇਰੇ ਦੋਸਤੋ, ਜਿਉਂਦੇ ਵੱਸਦੇ ਰਹੋ ਭਾਈ।